कि SDM ने ही कहा कि सामने हिक्का च गोलियां मारो, उदों इसकी पड़ताल क्यों ना की गई? वो जिहड़ियां गोलियां चलाईयां वो भगवंत मान गृह मंत्री के आदेश से चलाईयां गईयां सी, जिवें पिछले SDM नूं मन्निया जा रहा है। जिहड़ी गल मजीठीਆ साहब कहंदे ने कि गोली का हुक्म जां अकाली आगू कहंदे ने गोली का हुक्म SDM ने दिता। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਾਂ ਗੋਲੀकांड ਦੇ ਮਾਮਲੇ ਦੇ ਵਿੱਚ ਅੱਜ ਉਹ ਸਿੱਟ ਕੇ ਪੇਸ਼ ਹੋਏ ਸਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੰਯੋਗ ਦੇਣ ਦੇ ਲਈ ਤਿਆਰ ਹਾਂ, ਪਰ ਇਸ ਦੇ ਮਾਮਲੇ ਦੇ ਵਿੱਚ ਕੋਈ ਵੀ ਸਿਆਸਤ ਹੋ ਜਿਹੜੀ ਕੀਤੀ ਨਾ ਜਾਵੇ। ਅੱਜ ਉਹ 2.5 ਘੰਟੇ ਦੇ ਕਰੀਬ ਪਿੱਛੋਕੁਛ ਹੋਈ ਹੈ। ਅੱਜ ਪਹਿਲੀ ਵਾਰ ਦਿਖਿਆ ਕਿ ਬਿਕਰਮ ਸਿੰਘ ਮਜੀਠੀਆ ਵੀ ਨਾਲ ਸਨ। ਜੇ SDM ਨੇ ਕਹਿਤਾ ਕਿ ਮੈਂ ਗੋਲੀ ਚਲਾਉਣ ਦਾ ਹੁਕਮ ਦਿੱਤਾ, ਸਾਡੇ ਬਹੁਤ ਸਾਰੇ ਪਿਛਲੇ ਪ੍ਰੋਗਰਾਮ ਵਿੱਚ ਕਾਲਰਾਂ ਨੇ ਕਿਹਾ ਕਿ SDM ਤੋਂ ਤਾਂ ਬਾਅਦ ਦੇ ਵਿੱਚ ਲਿਖਵਾਇਆ ਗਿਆ ਸੀ। ਉਹ ਕਹਿੰਦੇ ਜੇ ਪਟਿਆਲੇ ਦੇ ਵਿੱਚ ਜਦੋਂ ਅਪ੍ਰੈਲ ਦੇ ਮਹੀਨੇ ਦੇ ਆਸ-ਪਾਸ ਇੱਥੇ ਕਾਲੀ ਦੇਵੀ ਮੰਦਿਰ ਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਝੜਪ ਹੋਈ ਸੀ ਤਾਂ ਉਸ ਵੇਲੇ ਦੇ SSP ਨਾਨਕ ਸਿੰਘ ਨੇ ਉੱਪਰ ਨੂੰ ਮੂੰਹ ਕਰਕੇ ਗੋਲੀਆਂ ਚਲਾਤੀਆਂ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹਨਾਂ ਨੇ ਕੱਚੇ ਅਧਿਆਪਕਾਂ ਲਈ ਇੱਕ ਵੱਡਾ ਫੈਸਲਾ ਲਿਆ, ਜਿਸ ਦੇ ਵਿੱਚ ਕੁਝ ਅਧਿਆਪਕਾਂ ਨੂੰ ਜਿਹੜਾ ਪੱਕੇ ਕੀਤਾ ਤੇ ਪੱਕੇ ਕਰਨ ਦੇ ਵਿੱਚ ਉਹਨਾਂ ਨੇ ਕਈ ਜਿਹੜੀਆਂ ਸ਼ਰਤਾਂ ਵੀ ਰੱਖੀਆਂ। ਇਹਨਾਂ ਦੀ ਬਿਨਾਂ ਸੁਣੇ ਕੋਈ ਕੰਮ ਹੋ ਗਿਆ ਉਹ ਸਿਰੇ ਕਿਵੇਂ ਚੜ੍ਹ ਜੂ? ਇਹਨਾਂ ਨੇ ਕੰਮ ਸਰਲ ਕਰਨ ਦੀ ਥਾਂ ਤੇ ਉੱਤੇ ਅੜਿੱਕੇ ਕਿਵੇਂ ਪੈ ਸਕਦੇ ਆ? ਉਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ, ਉਹਨਾਂ ਦਾ ਹੱਕ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ, ਫਿਰ ਚਰਨਜੀਤ ਸਿੰਘ ਚੰਨੀ ਨੇ। ਆਖਰ ਦੇ ਵਿੱਚ ਜਦੋਂ ਪੱਕੇ ਕਰਨ ਦੀ ਗੱਲ ਕੀਤੀ, ਬਾਅਦ ਦੇ ਵਿੱਚ ਪਤਾ ਲੱਗੀ ਕਿ ਗਵਰਨਰ ਸਾਹਿਬ ਨੇ ਸਾਈਨ ਨਹੀਂ ਕੀਤੇ। ਇਹੀ ਗਵਰਨਰ ਸਾਹਿਬ ਦੀ ਸ਼ਾਹੀ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਸੁੱਕ ਗਈ ਸੀ, ਜੋ ਇਹ ਮੁਲਾਜ਼ਮ ਦੱਸਦੇ ਆ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਬੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਲੋਈਆ, ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਤਾਂ ਉਹਨਾਂ ਨੇ ਕੱਚੇ ਅਧਿਆਪਕਾਂ ਲਈ ਇੱਕ ਵੱਡਾ ਫੈਸਲਾ ਲਿਆ, ਜਿਸ ਦੇ ਵਿੱਚ ਕੁਝ ਅਧਿਆਪਕਾਂ ਨੂੰ ਜਿਹੜਾ ਪੱਕੇ ਕੀਤਾ ਤੇ ਪੱਕੇ ਕਰਨ ਦੇ ਵਿੱਚ ਉਹਨਾਂ ਨੇ ਕਈ ਜਿਹੜੀਆਂ ਸ਼ਰਤਾਂ ਵੀ ਰੱਖੀਆਂ ਨੇ। ਜਿਹੜੀ ਲਾਲ ਫੀਤਾ ਸ਼ਾਹੀ ਆ ਨਾ, ਤੇ ਜੇ ਇਹਨਾਂ ਦੀ ਬਿਨਾਂ ਸੁਣੇ ਕੋਈ ਕੰਮ ਹੋ ਗਿਆ ਉਹ ਸਿਰੇ ਕਿਵੇਂ ਚੜ੍ਹ ਜੂ? ਇਹਨਾਂ ਨੇ ਕੰਮ ਸਰਲ ਕਰਨ ਦੀ ਥਾਂ ਤੇ ਉੱਤੇ ਅੜਿੱਕੇ ਕਿਵੇਂ ਪੈ ਸਕਦੇ ਆ? ਉਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ, ਉਹਨਾਂ ਦਾ ਹੱਕ ਹੈ। ਭਗਵੰਤ ਸਿੰਘ ਮਾਨ ਨੇ ਕੱਲ ਅਧਿਆਪਕ ਦਿਵਸ ਮੌਕੇ ਕਈ ਕੁਛ ਐਲਾਨ ਕੀਤੇ ਤੇ ਅੱਜ 164 ਉਮੀਦਵਾਰਾਂ ਨੂੰ ਉਹਨਾਂ ਨੇ ਨਿਯੁਕਤੀ ਪੱਤਰ ਵੀ ਵੰਡੇ। ਅਧਿਆਪਕਾਂ ਨੂੰ ਪੱਕਾ ਕੀਤਾ ਜਿਨ੍ਹਾਂ ਦੀਆਂ ਪਿਛਲੀਆਂ ਸਰਕਾਰਾਂ ਦਾ ਪੱਗਾਂ ਤੇ ਚੁੰਨੀਆਂ ਲੈਂਦੀਆਂ ਸੀ। ਇਹ ਉਹਨਾਂ ਨੇ ਕੱਲ ਵੀ ਭਾਸ਼ਣ ਦੇ ਵਿੱਚ ਆਪਣੇ ਕਿਹਾ ਸੀ। ਬਹੁਤ ਕੁਝ ਕੱਲ ਦਾ ਜਿਹੜਾ ਅਧਿਆਪਕ ਦਿਵਸ ਦੇ ਉੱਤੇ ਉਹਨਾਂ ਨੇ ਭਾਸ਼ਣ ਦਿੱਤਾ ਹੈ, ਉਹ ਕਾਫੀ ਮਹੱਤਵਪੂਰਨ ਹੈ। ਕਈ ਖਰੀਆਂ ਗੱਲਾਂ ਵੀ ਕੀਤੀਆਂ। ਅਧਿਆਪਕਾਂ ਨੂੰ ਵੀ ਕਿਹਾ ਕਿ ਕਈ ਸਕੂਲ ਖਾਲੀ ਪਏ ਨੇ ਤੇ ਕਈਆਂ ਦੇ ਉੱਤੇ ਸ਼ਹਿਰਾਂ ਦੇ ਨੇੜੇ ਤੁਸੀਂ ਭੱਜ ਆਈ ਜਾਂਦੇ ਹੋ। ਜਦੋਂ ਤੁਹਾਨੂੰ ਪੇਂਡੂ ਭੱਤਾ ਮਿਲਦਾ ਹੈ ਤੇ ਫਿਰ ਪਿੰਡਾਂ ਵੱਲ ਵੀ ਜਾਓ। ਇਹ ਵੀ ਕਿਹਾ ਕਿ ਤੁਹਾਡੇ ਜਿਹੜੇ ਤਬਾਦਲੇ ਨੇ ਉਹ ਤਰਕ ਸੰਗਤ ਕਰਕੇ ਕੋਸ਼ਿਸ਼ ਕਰਾਂਗੇ ਕਿ ਘਰ ਤੋਂ 20-30-40 ਕਿਲੋਮੀਟਰ ਦੇ ਖੇਤਰ 'ਚ ਹੀ ਰੱਖਿਆ ਜਾਵੇ। ਇਹ ਗੱਲ ਉਹਨਾਂ ਨੇ ਕਹੀ ਹੈ। ਕੱਲ ਉਹਨਾਂ ਨੇ ਕਾਫੀ ਨੂੰ ਕਿਹਾ ਕਿ ਇਹਨੂੰ ਪੱਕਾ ਹੋ ਜਾਊਗਾ, ਇਹ ਕੱਚੇ ਪੱਕੇ ਹੋ ਜਾਣਗੇ, ਇਹ ਪੱਕੇ ਹੋ ਜਾਣਗੇ। ਇਸ ਮਾਮਲੇ ਦੇ ਵਿੱਚ ਪਹਿਲਾਂ ਇਸ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕਦੋਂ ਕੀਤਾ ਸੀ ਪੱਕੇ ਕਰਨ ਦਾ ਯਤਨ? ਜਦੋਂ ਆਖਰੀ ਸਾਲ ਸੀ। 9 ਸਾਲ ਤਾਂ ਸੁੱਤੇ ਰਹੇ, 9.5 ਸਾਲ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ, ਫਿਰ ਚਰਨਜੀਤ ਸਿੰਘ ਚੰਨੀ ਨੇ। ਆਖਰ ਦੇ ਵਿੱਚ ਜਦੋਂ ਪੱਕੇ ਕਰਨ ਦੀ ਗੱਲ ਕੀਤੀ, ਬਾਅਦ ਦੇ ਵਿੱਚ ਪਤਾ ਲੱਗੀ ਕਿ ਗਵਰਨਰ ਸਾਹਿਬ ਨੇ ਸਾਈਨ ਨਹੀਂ ਕੀਤੇ। ਇਹੀ ਗਵਰਨਰ ਸਾਹਿਬ ਦੀ ਸ਼ਾਹੀ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਸੁੱਕ ਗਈ ਸੀ, ਜੋ ਇਹ ਮੁਲਾਜ਼ਮ ਦੱਸਦੇ ਆ। ਉਹਨਾਂ ਦੇ ਮੁਤਾਬਕ ਜੇ ਇਹ ਸਰਕਾਰ ਨੇ ਪਹਿਲੇ ਸਾਲ 'ਚ ਇਹ ਕੰਮ ਸ਼ੁਰੂ ਕੀਤਾ ਹੈ, ਜੇ ਇਹਦੇ ਵਿੱਚ ਕੋਈ ਡਿੱਕੇ ਡੁੱਕੇ ਪਏ ਉਹਦਾ ਪਤਾ ਲੱਗ ਜਾਵੇਗਾ।
ਸਰਕਾਰ ਨੇ ਕਿਹਾ ਕਿ ਵਰਕ ਚਾਰਜ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀ ਕਰਨ ਵਾਲੀ ਨੀਤੀ ਨੂੰ ਅਸੀਂ ਕੱਲ੍ਹ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਮਨਜ਼ੂਰੀ ਵੀ ਦੇਤੀ ਹੈ, ਪ੍ਰਵਾਨਗੀ ਦੇਤੀ ਹੈ ਤੇ 9000 ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਉਹ ਕਹਿੰਦੇ ਇਹਦੇ ਵਿੱਚ ਕੁਝ ਅਹਿਮ ਨੁਕਤੇ ਨੇ, ਨੁਕਤਾ ਨਿਗਾਹ ਤੋਂ ਲੋਕ ਚੱਕ ਲਿਆਉਂਦੇ ਆ। ਨੀਤੀ ਤਹਿਤ 10 ਸਾਲਾਂ ਤੋਂ ਵਿਭਾਗ ਦੇ ਨਿਯਮਾਂ ਅਨੁਸਾਰ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਹ ਨੀਤੀ ਇੱਕੋ ਵਾਰੀ ਤੇ ਲਾਗੂ ਹੋਵੇਗੀ, ਜਦ ਕਿ ਭਵਿੱਖ ਦੇ ਵਿੱਚ ਇਹ 'ਤੇ ਦੁਬਾਰਾ ਵਿਚਾਰ ਨਹੀਂ ਹੋਵੇਗਾ ਜਿਨ੍ਹਾਂ ਨੂੰ ਕੱਚਿਆਂ ਨੂੰ ਪੱਕਾ ਕਰਨ ਲੱਗੇ ਨੇ। ਚਲੋ ਇਹਨਾਂ ਨੂੰ ਤਾਂ ਕਰੋ, ਫਿਰ ਦੇਖਾਂਗੇ ਕੀ ਹੁੰਦਾ। ਸਰਕਾਰੀ ਸੂਤਰਾਂ ਅਨੁਸਾਰ ਜਿਹੜੇ ਮੁਲਾਜ਼ਮ ਜਈ ਸਾਮੀ ਤੇ ਤੈਨਾਤੀ ਹੋਵੇਗੀ, ਜਿਨ੍ਹਾਂ ਦੀ ਕਾਡਰ ਪੋਸਟ ਨਹੀਂ ਹੋਵੇਗੀ, ਉਹਨਾਂ ਦੀਆਂ ਸੇਵਾਵਾਂ ਵਿਸ਼ੇਸ਼ ਕਾਡਰ ਵਿੱਚ ਹੀ ਰੱਖੀਆਂ ਜਾਣਗੀਆਂ। ਲਾਭਪਾਤਰੀ ਮੁਲਾਜ਼ਮਾਂ ਦੀ ਨਿਯੁਕਤੀ ਪ੍ਰਕਿਰਿਆ ਉਸ ਵੱਲੋਂ ਸਾਰੇ ਸੰਬੰਧਿਤ ਦਸਤਾਵੇਜ਼ ਨਾਲ ਆਰਜੀ ਫਾਰਮ ਜਮ੍ਹਾਂ ਕਰਾਉਣ ਮਗਰੋਂ ਸ਼ੁਰੂ ਹੋਵੇਗੀ। ਜਿਨ੍ਹਾਂ ਲਾਭਪਾਤਰੀ ਮੁਲਾਜ਼ਮਾਂ ਨੂੰ ਵਿਸ਼ੇਸ਼ ਕਾਡਰ ਵਿੱਚ ਰੱਖਿਆ ਜਾ ਰਿਹਾ ਹੈ, ਉਹਨਾਂ ਦੀਆਂ ਸੇਵਾਵਾਂ 58 ਸਾਲ ਤੱਕ ਹੀ ਰਹਿਣਗੀਆਂ। ਇਹ ਨਹੀਂ ਕਿ ਜੇ ਉਹ ਅੱਜ ਕਹਿਣ ਕਿ ਉਦੋਂ ਵੱਧ ਜਾਵੇਗਾ। ਵਿਸ਼ੇਸ਼ ਕਾਡਰ ਵਿੱਚ ਨਿਯੁਕਤੀ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਨੂੰ ਨਵ ਨਿਯੁਕਤ ਮੁਲਾਜ਼ਮ ਵਜੋਂ ਵਿਚਾਰਿਆ ਜਾਵੇਗਾ। ਪਿਛਲਾ ਸਾਰਾ ਕੁਝ ਖਤਮ, ਇਹ ਨਵੇਂ ਨਿਯੁਕਤ ਹੈ। ਤੇ ਜਿਹੜੇ ਕੱਲ ਹੱਥ ਉੱਤੇ ਕਰ ਕਰਕੇ ਤਾੜੀਆਂ ਪਾਉਂਦੇ ਸੀ, ਜਦੋਂ ਆਹ ਸ਼ਰਤਾਂ ਬਾਰੇ ਪਤਾ ਲੱਗੇਗਾ, ਮੈਨੂੰ ਨਹੀਂ ਲੱਗਦਾ ਕਿ ਉਹ ਇਨ ਬਿਨ ਮੰਨ ਜਾਣ। ਪੱਕੇ ਹੋਣ ਵਾਲੇ ਮੁਲਾਜ਼ਮਾਂ 10 ਸਾਲਾਂ ਦੇ ਹਰੇਕ ਕੈਲੰਡਰ ਸਾਲ ਦਾ ਦੌਰਾਨ ਘੱਟੋ ਘੱਟ 240 ਦਿਨ ਕੰਮ ਕੀਤਾ ਹੋਵੇ। ਪਿਛਲੇ ਸਾਲ ਦੀ ਗੱਲ ਆ ਗਈ। ਜਿਹੜੇ ਬੰਦਿਆਂ ਨੇ 1 ਸਾਲ 'ਚ 240 ਦਿਨ ਕੰਮ ਨਹੀਂ ਕੀਤਾ, ਉਹਨਾਂ 'ਤੇ ਲਾਗੂ ਨਹੀਂ ਹੋਵੇਗਾ। ਉਹਨਾਂ ਦੀ ਬ੍ਰੇਕ ਨੂੰ ਵਿਚਾਰਿਆ ਨਹੀਂ ਜਾਵੇਗਾ। ਭਾਵ ਜਿਹੜੇ 125-26 ਦਿਨ 365 ਦਿਨ ਹੁੰਦੇ ਨੇ, 240 ਨੂੰ ਵਿਚਾਰਾਂਗੇ ਕਹਿੰਦੇ, ਤੇ 125 ਦਿਨ 24-25 ਦਿਨ ਨਹੀਂ ਵਿਚਾਰੇ ਜਾਣਗੇ। ਇਹ ਨੀਤੀ ਉਹਨਾਂ 'ਤੇ ਲਾਗੂ ਨਹੀਂ ਹੋਵੇਗੀ ਜਿਹੜੇ ਆਨਰੇਰੀ ਆਧਾਰ 'ਤੇ ਸ਼ਾਮਲ ਸਨ ਜਾਂ ਜਿਹੜੇ ਪਾਰਟ ਟਾਈਮ ਘੱਟ ਸਮੇਂ ਦੇ ਆਧਾਰ 'ਤੇ ਕੰਮ ਕਰਦੇ ਸਨ, ਜਿਹੜੇ ਸੇਵਾ ਮੁਕਤੀ ਦੀ ਉਮਰ 'ਤੇ ਪੁੱਜ ਚੁੱਕੇ ਹਨ ਜਾਂ ਜਿਹੜੇ ਆਪਣੇ ਪੱਧਰ 'ਤੇ ਅਸਤੀਫਾ ਦੇ ਚੁੱਕੇ ਨੇ, ਉਹਨਾਂ 'ਤੇ ਲਾਗੂ ਨਹੀਂ ਹੋਵੇਗੀ। ਇਹ ਨੀਤੀ ਬਾਹਰੀ ਪ੍ਰਣਾਲੀ ਜਾਂ ਵਿਭਾਗ ਵੱਲੋਂ ਫਰਕ ਕੀਤੇ ਮੁਲਾਜ਼ਮਾਂ 'ਤੇ ਵੀ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮ ਕਿਸੇ ਅਦਾਲਤ ਜਾਂ ਟ੍ਰਿਬਿਊਨਲ ਦੇ ਅੰਤਰਮ ਆਦੇਸ਼ਾਂ ਤੇ ਹਦਾਇਤਾਂ ਮੁਤਾਬਕ ਸੇਵਾ ਕਰ ਰਹੇ ਹਨ, ਉਹਨਾਂ ਨੂੰ ਕਿਸੇ ਨੈਤਿਕ ਆਚਰਣ ਦਾ ਦੋਸ਼ੀ ਜਾਂ ਮੁਲਾਜ਼ਮ ਅਜਿਹੇ ਕਿਸੇ ਅਪਰਾਧ ਕਾਰਨ ਅਦਾਲਤ ਨੇ ਦੋਸ਼ ਆਇਦ ਕੀਤੇ ਹਨ, ਇਹਨਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਲਾਗੂ ਨਹੀਂ ਹੋਣਗੀਆਂ। ਜੀ ਭੰਗੂ ਸਾਹਿਬ ਜੀ, ਇਸ ਨਾਲ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ, ਤਾਂ ਗੋਲੀकांड ਦੇ ਮਾਮਲੇ ਦੇ ਵਿੱਚ ਅੱਜ ਉਹ ਸਿੱਟ ਅੱਗੇ ਪੇਸ਼ ਹੋਏ ਸਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਹਿਯੋਗ ਦੇਣ ਦੇ ਲਈ ਤਿਆਰ ਹਾਂ, ਪਰ ਇਸ ਦੇ ਮਾਮਲੇ ਦੇ ਵਿੱਚ ਕੋਈ ਵੀ ਸਿਆਸਤ ਹੋ ਜਿਹੜੀ ਕੀਤੀ ਨਾ ਜਾਵੇ। ਦੇਖੋ, ਅੱਜ ਸੁਖਬੀਰ ਸਿੰਘ ਬਾਦਲ ਜਿਹੜੀ ਕੰਵਰ ਨਿਹਾਲ ਸਿੰਘ ਵਾਲੀ ਵਿਸ਼ੇਸ਼ ਜਾਂਚ ਟੀਮ ਹੈ, ਉਹਦੇ ਕੋਲ ਪੇਸ਼ ਹੋਏ ਸਨ। ਇਹ 2 ਜਾਂਚ ਚੱਲ ਰਹੀਆਂ ਨੇ। ਜਿਹੜੀ LK ਯਾਦਵ ਸਾਹਿਬ ਵਾਲੀ ਸਿੱਟ ਹੈ, ਉਹਨਾਂ ਨੇ 30 ਅਗਸਤ ਨੂੰ ਬੁਲਾਇਆ, ਇਹ ਨਹੀਂ ਹਾਜ਼ਰ ਨਹੀਂ ਹੋਏ। ਉਹਨਾਂ ਨੇ ਦੁਬਾਰਾ 14 ਨੂੰ ਬੁਲਾਇਆ, 14 ਸਤੰਬਰ ਨੂੰ। ਇਹਨਾਂ ਦਾ ਅੱਜ ਉਹ 2.5 ਘੰਟੇ ਦੇ ਕਰੀਬ ਪਿੱਛੋਕੁਛ ਹੋਈ ਹੈ। ਅੱਜ ਪਹਿਲੀ ਵਾਰ ਦੇਖਿਆ ਕਿ ਬਿਕਰਮ ਸਿੰਘ ਮਜੀਠੀਆ ਵੀ ਨਾਲ ਸਨ। ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਰਿਆਂ 'ਤੇ ਇੱਕੋ ਜਿਹੀ ਨੀਤੀ ਲਾਗੂ ਕਰਨ। ਜੇ SDM ਨੇ ਕਹਿਤਾ ਕਿ ਮੈਂ ਗੋਲੀ ਚਲਾਉਣ ਦਾ ਹੁਕਮ ਦਿੱਤਾ, ਸਾਡੇ ਬਹੁਤ ਸਾਰੇ ਪਿਛਲੇ ਪ੍ਰੋਗਰਾਮ ਵਿੱਚ ਕਾਲਰਾਂ ਨੇ ਕਿਹਾ ਕਿ SDM ਤੋਂ ਤਾਂ ਬਾਅਦ ਦੇ ਵਿੱਚ ਲਿਖਵਾਇਆ ਗਿਆ ਸੀ। ਚਲੋ, ਉਹ ਸਾਡਾ ਕੰਮ ਨਹੀਂ, ਉਹ ਜਾਂਚ ਟੀਮ ਦਾ ਕੰਮ ਹੈ ਇਹ ਮਾਮਲੇ ਦਾ ਪੜਤਾਲ ਕਰਨਾ। ਉਹ ਕਹਿੰਦੇ ਜੇ ਪਟਿਆਲੇ ਦੇ ਵਿੱਚ ਜਦੋਂ ਅਪ੍ਰੈਲ ਦੇ ਮਹੀਨੇ ਦੇ ਆਸ-ਪਾਸ ਇੱਥੇ ਕਾਲੀ ਦੇਵੀ ਮੰਦਿਰ ਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਝੜਪ ਹੋਈ ਸੀ, ਤਾਂ ਉਸ ਵੇਲੇ ਦੇ SSP ਨਾਨਕ ਸਿੰਘ ਨੇ ਉੱਪਰ ਨੂੰ ਮੂੰਹ ਕਰਕੇ ਗੋਲੀਆਂ ਚਲਾਤੀਆਂ ਸੀ। ਉਹ ਜਿਹੜੀਆਂ ਗੋਲੀਆਂ ਚਲਾਈਆਂ, ਉਹ ਭਗਵੰਤ ਮਾਨ ਗ੍ਰਹਿ ਮੰਤਰੀ ਦੇ ਆਦੇਸ਼ 'ਤੇ ਚਲਾਈਆਂ ਗਈਆਂ ਸੀ, ਜਿਵੇਂ ਪਿਛਲੇ SDM ਨੂੰ ਮੰਨਿਆ ਜਾ ਰਿਹਾ ਹੈ। ਜਿਹੜੀ ਗੱਲ ਮਜੀਠੀਆ ਸਾਹਿਬ ਕਹਿੰਦੇ ਨੇ ਕਿ ਗੋਲੀ ਦਾ ਹੁਕਮ, ਜਾਂ ਅਕਾਲੀ ਆਗੂ ਕਹਿੰਦੇ ਨੇ ਗੋਲੀ ਦਾ ਹੁਕਮ SDM ਨੇ ਦਿੱਤਾ, ਕਿ SDM ਨੇ ਹੀ ਕਿਹਾ ਕਿ ਸਾਹਮਣੇ ਹਿੱਕਾਂ 'ਚ ਗੋਲੀਆਂ ਮਾਰੋ? ਉਦੋਂ ਇਹਦੀ ਪੜਤਾਲ ਕਿਉਂ ਨਾ ਕੀਤੀ ਗਈ? ਉਦੋਂ ਤਾਂ ਸਾਰੀ ਮਸ਼ੀਨਰੀ ਇਹਨਾਂ ਦੇ ਕੋਲ ਸੀ।
ਇਹਨਾਂ ਦਾ ਰਾਜ ਸੀ ਅਕਤੂਬਰ 2015 ਦੇ ਵਿੱਚ, ਤੇ ਉਸ ਤੋਂ ਬਾਅਦ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਏ ਨੇ, ਸਵਾ ਸਾਲ ਇਹਨਾਂ ਕੋਲੇ ਸੀ, ਉਦੋਂ ਇਹ ਕੀਤਾ ਕਿਉਂ ਨਾ? ਜਿਹੜੀ ਗੱਲ ਸੁਖਬੀਰ ਸਿੰਘ ਹੋਰੀ ਕਹਿੰਦੇ ਨੇ ਜਾਂ ਬਿਕਰਮ ਸਿੰਘ ਵੀ ਕਹਿੰਦੇ ਆ ਮਜੀਠੀਆ ਸਾਹਿਬ ਕਿ ਸਿਆਸਤ ਨਹੀਂ ਹੋਣੀ ਚਾਹੀਦੀ, ਅਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਕੋਈ ਸਿਆਸਤ ਨਾ ਵਰਤੀ ਜਾਵੇ, ਕੋਈ ਢਿੱਲ ਮਿੱਠ ਵੀ ਨਾ ਵਰਤੀ ਜਾਵੇ। ਇਹ ਪਿਛਲੇ ਸਮੇਂ ਦੌਰਾਨ 2002 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਇਹ ਉਦੋਂ ਤੋਂ ਇਸ ਕਿਸਮ ਦਾ ਕੰਮ ਚੱਲਿਆ। ਉਸ ਤੋਂ ਪਹਿਲਾਂ ਰਾਜਸੀ ਆਗੂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਸਨ, ਉਹ ਸਟੇਜਾਂ ਤੇ ਇੱਕ ਦੂਜੇ ਨੂੰ ਬਥੇਰਾ ਭੰਡੀ ਜਾਂਦੇ ਸੀ, ਤੇ ਹੁਣ ਇਹ ਇੱਕ ਦੂਜੇ ਤੋਂ ਅੱਗੇ ਚੱਲਦਾ ਜਾ ਰਿਹਾ। ਅਸੀਂ ਇਹ ਕਹਿੰਦੇ ਹਾਂ ਕਿ ਸਿਆਸਤ ਨੂੰ ਸਿਆਸਤ ਨਾਲ ਜੋੜੋ, ਆਪਣੇ ਗੁਨਾਹ ਕਰਕੇ, ਆਪਣੇ ਕੀਤੇ ਕੰਮਾਂ ਕਰਕੇ ਅੱਗੇ ਵਧੋ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਸ ਗੱਲ ਦੇ ਨਾਲ ਅਸੀਂ ਵੀ ਸਹਿਮਤ ਹਾਂ ਕਿ ਸਿਆਸਤ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਦੂਜਿਆਂ ਨਾਲ ਸਿਆਸੀ ਕਿਹੜਾ ਪੁਲਿਸ ਦੇ ਜ਼ਰੀਏ ਕੱਢੋ ਜਾਂ ਦੂਜੇ ਥਾਂ ਤੇ ਕੱਢੋ। ਪਰ ਜਿਨ੍ਹਾਂ ਨੇ ਭ੍ਰਿਸ਼ਟਾਚਾਰੀਆਂ ਕੀਤੀਆਂ ਨੇ, ਭਾਵੇਂ ਅਕਾਲੀ ਹੈ, ਕਾਂਗਰਸੀ ਹੈ, ਆਪ ਵਾਲੇ ਹੈ, ਭਾਜਪਾ ਵਾਲੇ ਹੈ, ਉਹਨਾਂ ਦੇ ਵਿਸਥਾਰ 'ਚ ਪੜਤਾਲ ਹੋਣੀ ਚਾਹੀਦੀ ਹੈ। ਸਰਕਾਰੀ ਪੈਸਾ ਜਿਹੜਾ ਸਰਕਾਰੀ ਖਜ਼ਾਨਿਆਂ 'ਚ ਜਾਣਾ ਸੀ, ਉਹਨਾਂ ਦੀ ਥਾਂ 'ਤੇ ਉਹ ਨਿੱਜੀ ਗਾਗਰਾਂ ਦੇ ਵਿੱਚ ਪਿਆ ਹੈਗਾ, ਸੋ ਉਹਨਾਂ ਦੀ ਪੜਤਾਲ ਹੋਣੀ ਜ਼ਰੂਰੀ ਹੈ। ਜੀ, ਜੇਕਰ ਗੱਲ ਕੀਤੀ ਹੈ ਬਿਕਰਮ ਮਜੀਠੀਆ, ਤਾਂ ਬਿਕਰਮ ਮਜੀਠੀਆ ਨੇ ਬਾਹਰ ਖੜ੍ਹ ਕੇ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਕਿ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਜਿਹੜੀ ਪੁੱਛਗਿੱਛ ਹੋਣੀ ਚਾਹੀਦੀ ਹੈ। ਨਹੀਂ, ਉਹਨਾਂ ਨੇ ਦੋਨੇ ਹੀ ਗੱਲਾਂ ਕੀਤੀਆਂ ਨੇ ਜੀ। ਉਹ ਕਹਿੰਦੇ ਜੇ ਸਾਡੇ ਵੇਲੇ ਐਸਡੀਐਮ ਨੂੰ ਕਿਹਾ ਜਾ ਰਿਹਾ ਕਿ ਡਿਪਟੀ ਮੁੱਖ ਮੰਤਰੀ ਨੇ, ਜਿਹਦੇ ਕੋਲ ਗ੍ਰਹਿ ਮਹਿਕਮਾ ਸੀ, ਉਹਨੇ ਆਦੇਸ਼ ਦਿੱਤੇ ਨੇ, ਤੇ ਫਿਰ ਜਿਹੜੇ ਆਦੇਸ਼ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਨੂੰ ਘਟਾਉਣ ਤੇ ਉਹਨੂੰ ਜਨਤਕ ਕਰਨ ਵਾਸਤੇ ਜਿਹੜੇ ਅਧਿਕਾਰੀ ਨੇ ਦਿੱਤੇ ਨੇ, ਉਹਦੇ ਵਿੱਚ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੀ ਪੁੱਛਗਿੱਛ ਕਰੋ, ਕਰਨੀ ਚਾਹੀਦੀ ਹੈ। ਅਜੇ ਤੱਕ ਇਸ ਗੱਲ ਨੂੰ ਸਾਫ਼ ਹੀ ਨਹੀਂ ਕੀਤਾ ਗਿਆ ਕਿ ਉਹ ਕਿਹੜੇ ਅਧਿਕਾਰੀ ਨੇ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਜਾਂ ਹੋਰਾਂ ਦੀ, ਤੇ ਬਾਅਦ ਦੇ ਵਿੱਚ ਸਰਕਾਰ ਨੂੰ ਉਹ ਥੁੱਕੇ ਵੀ ਚੱਟਣਾ ਪਿਆ। ਇਸ ਕਰਕੇ ਮੈਂ ਸਮਝਦਾ ਵੀ ਜਦੋਂ ਵੀ ਕੋਈ ਤੁਸੀਂ ਆਪਸ ਵਿੱਚ ਦੀ ਕਰੋ, ਉਸ ਤਰੀਕੇ ਨਾਲ ਕਰੋ ਕਿ ਜੇ ਕੱਲ੍ਹ ਨੂੰ ਦੁਬਾਰਾ ਮੇਲ ਹੋ ਜੇ, ਅੱਖਾਂ ਸ਼ਰਮਾਉਣ ਨਾ। ਆਪਾਂ ਸਾਰੇ ਪੰਜਾਬ ਵਾਸੀ ਹਾਂ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਦੀ ਬਿਲਕੁਲ ਕੋਈ ਲਿਹਾਜ਼ਦਾਰੀ ਨਹੀਂ ਕਰਨੀ ਚਾਹੀਦੀ, ਭਾਵੇਂ ਉਹ ਕਿਸੇ ਪਾਰਟੀ ਦੇ ਵਿੱਚ ਕਿਸੇ ਵੀ ਵੱਡੇ ਅਹੁਦੇ ਤੇ ਬੈਠਾ ਕਿਉਂ ਨਾ ਹੋਵੇ। ਪਰ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਲਗਾਤਾਰ ਪੰਜਾਬ ਤੇ ਜਿਹੜੇ ਅਮਨ ਕਾਨੂੰਨ ਦੀ ਸਥਿਤੀ ਹੈ, ਉਹ ਲਗਾਤਾਰ ਜਿਹੜੀ ਹੈ ਉਹਦੇ ਤੇ ਸਵਾਲ ਉੱਠ ਰਹੇ ਨੇ। ਮੁੱਖ ਮੰਤਰੀ ਸਾਹਿਬ ਨੂੰ ਉਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਜਵਾਬ ਦੇਣਾ ਚਾਹੀਦਾ। ਜੀ, ਇਸ ਦੇ ਨਾਲ ਇੱਕ ਗੱਲ ਕੀਤੀ ਹੈ ਕਿਸਾਨਾਂ ਨੂੰ 6000 ਰੁਪਏ ਜਿਹੜਾ ਸਾਲਾਨਾ ਕੇਂਦਰ ਵੱਲੋਂ ਦਿੱਤਾ ਜਾਂਦਾ ਸੀ, ਕਿਹਾ ਜਾ ਰਿਹਾ ਕਿ ਉਸ ਦੇ ਵਿੱਚ ਵਧਾ ਕੇ ਜਿਹੜਾ 10000 ਕਰ ਦਿੱਤਾ ਗਿਆ ਹੈ। ਇਹ ਕਈ ਸੂਬਿਆਂ ਦੇ ਵਿੱਚ ਕੀਤਾ ਗਿਆ। ਰੌਲਾ ਇਸ ਗੱਲ ਦਾ ਭੰਗੂ ਸਾਹਿਬ ਇਸ ਦੇ ਵਿੱਚ ਜੀ, ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ 3 ਮਹੀਨੇ ਸਾਲ ਦੇ ਵਿੱਚ 2-2000 ਰੁਪਈਆ ਕਿਸਾਨ ਨਿਧੀ ਯੋਜਨਾ ਰਾਹੀਂ ਪਾਇਆ ਜਾਂਦਾ ਹੈ। ਰਿਪੋਰਟਾਂ ਦੇ ਮੁਤਾਬਕ 41,85,000 ਕਿਸਾਨਾਂ ਦੇ ਬੈਂਕ ਖਾਤਿਆਂ ਜ਼ਰੀਏ ਡੀਬੀਟੀ ਜ਼ਰੀਏ 869 ਕਰੋੜ ਰੁਪਏ, ਯਾਨੀ ਕਿ ਪ੍ਰਤੀ ਕਿਸਾਨ 2,000 ਰੁਪਏ ਤਬਦੀਲ ਕੀਤੇ ਜਾਂਦੇ ਹੈ। ਉਹਨਾਂ ਦਾ ਉੜੀਸਾ ਦੇ ਫਸਲ ਵਿੱਚ ਵਾਢੀ ਦਾ ਤਿਉਹਾਰ ਨਿਆਂ ਖੁਆਈ ਮਨਾਇਆ ਜਾ ਰਿਹਾ ਇਸ ਵੇਲੇ। ਅੱਜ ਕੱਲ੍ਹ ਉੜੀਸਾ ਦੀ ਸੂਬੇ ਦੀ ਸਰਕਾਰ ਨੇ ਕਾਲੀਆ ਯੋਜਨਾ ਤਹਿਤ ਛੋਟੇ ਕਿਸਾਨਾਂ ਤੇ ਗੈਰ ਜ਼ਮੀਨੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਰਾਹਤ ਦਿੱਤੀ ਆ। ਭਾਵ ਉਹਨਾਂ ਕਿਸਾਨਾਂ ਤੇ ਬੇਜ਼ਮੀਨੇ ਲੋਕਾਂ ਨੂੰ 4000 ਰੁਪਈਆ ਦੋ ਵਾਰ ਸਾਲ 'ਚ 2-2000 ਕਰਕੇ ਉਹਨਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ, ਤੇ ਉੜੀਸਾ ਦੇ ਕਿਸਾਨਾਂ ਨੂੰ ਕੁੱਲ ਮਿਲਾ ਕੇ ਹੁਣ 6000 ਰੁਪਈਆ ਮਿਲੇਗਾ। ਜਿਹੜੀ ਯੋਜਨਾ ਅੱਜ ਉੜੀਸਾ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ, ਭੰਗੂ ਸਾਹਿਬ, ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੂਜੇ ਰਾਜਾਂ ਤੋਂ ਵੀ ਫਿਰ ਉਹ ਮੰਗਣਗੀਆਂ ਜੀ ਵੀ ਜੇ ਉੜੀਸਾ ਦੀ ਸਰਕਾਰ ਦੇ ਸਕਦੀ ਹੈ ਤਾਂ ਹਰਿਆਣਾ, ਪੰਜਾਬ, ਯੂਪੀ, ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ, ਇਹਨਾਂ ਸਾਰਾ ਸਰਕਾਰਾਂ ਨੂੰ ਵੀ ਦੇਣਾ ਚਾਹੀਦਾ ਹੈ। ਭਾਵ ਉੜੀਸਾ ਦੀ ਸਰਕਾਰ ਨੇ ਇੱਕ ਨਵੀਂ ਸਿੰਗੜੀ ਛੇੜਤੀ ਹੈ, ਜਿਹਦੇ ਨਾਲ
ਦੂਜੇ ਰਾਜਾਂ ਤੋਂ ਵੀ ਮੰਗ ਕੀਤੀ ਜਾਵੇਗੀ। ਇਹ ਕੇਂਦਰ ਦੀ ਯੋਜਨਾ ਨਹੀਂ, ਉੜੀਸਾ ਸਰਕਾਰ ਦੀ ਆਪਣੀ ਯੋਜਨਾ ਹੈ। ਜੀ। ਇਹ ਯੋਜਨਾ ਫਿਰ ਕਿਸਾਨ ਨੇ ਦੂਜੇ ਰਾਜਾਂ ਦੀਆਂ ਸਰਕਾਰਾਂ ਤੋਂ ਵੀ ਮੰਗਣੀਆਂ ਨੇ। ਕਾਲੀਆ ਯੋਜਨਾ ਵਿੱਚ ਗੈਰ ਜ਼ਮੀਨੀ ਕਿਸਾਨਾਂ ਨੂੰ ਜੋੜਿਆ ਗਿਆ ਹੈ, ਜਿਨ੍ਹਾਂ ਨੂੰ ਬੱਕਰੀ ਪਾਲਣ, ਬੱਤਖ ਪਾਲਣ, ਮੱਛੀ ਪਾਲਣ, ਮਸ਼ਰੂਮ ਖੇਤੀ, ਸ਼ਹਿਦ ਦੀਆਂ ਮੱਖੀਆਂ ਦਾ ਧੰਦਾ ਕਰਨ ਲਈ 12,500 ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਉੱਥੋਂ ਦੀ ਸਰਕਾਰ ਵੱਲੋਂ। ਜੀ। ਉੜੀਸਾ ਸਰਕਾਰ ਨੇ ਗਰੀਬ, ਬਜ਼ੁਰਗ, ਕਿਸਾਨ, ਗੈਰ ਜ਼ਮੀਨੀ ਮਜ਼ਦੂਰਾਂ ਪ੍ਰਤੀ ਇਹ 10,000 ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਕਾਲੀਆ ਯੋਜਨਾ ਤਹਿਤ ਕਿਸਾਨਾਂ ਨੂੰ 2 ਲੱਖ ਤੱਕ ਦਾ ਬੀਮਾ ਵੀ ਮਿਲਦਾ ਹੈ। ਵਿਆਜ ਦਰਾਂ ਕਿਸਾਨ ਨਹੀਂ ਭਰਦੇ, ਸਗੋਂ ਸਰਕਾਰ ਭਰਦੀਆਂ ਨੇ। ਇਸ ਯੋਜਨਾ ਤਹਿਤ 51 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ ਵਿਆਜ ਤੇ 2 ਲੱਖ ਤੱਕ ਦਾ ਹਾਦਸਾ ਬੀਮਾ ਤੇ ਜ਼ੀਰੋ ਵਿਆਜ ਤੇ 50,000 ਰੁਪਏ ਤੱਕ ਦਾ ਫਸਲ ਬੀਮਾ ਵੀ ਮਿਲਦਾ ਹੈ। ਜੀ। ਭਾਵ ਜ਼ੀਰੋ ਉਸ ਦੇ ਉੱਤੇ ਹੈ। ਸੋ ਇਹ ਅਸੀਂ ਮੰਨਦੇ ਹਾਂ ਕਿ ਇਹ ਇੱਕ ਚੰਗੀ ਗੱਲ ਹੈ ਕਿ ਜਿਹੜਾ ਇਹਨਾਂ ਨੇ ਇਹ ਮਾਮਲਾ ਕੀਤਾ। ਇਹਦੇ ਨਾਲ ਹੀ ਅਗਲੀ ਖਬਰ ਜੁੜਦੀ ਹੈ ਭਗਵੰਤ ਸਿੰਘ ਮਾਨ ਵਾਲੀ। ਜੀ। ਇਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜਾ ਕਰਜ਼ਾ ਮਾਫ ਕੀਤਾ ਜੀ। ਕਰਜ਼ਾ ਮਾਫ ਨਹੀਂ ਕੀਤਾ ਭੰਗੂ ਸਾਹਿਬ, ਇਹ ਮੁਆਵਜ਼ਾ ਦਿੱਤਾ ਹੈ ਜੀ। ਇਹ ਤੁਹਾਨੂੰ ਯਾਦ ਹੋਵੇਗਾ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਸ ਵਾਰ ਬਰਸਾਤ ਅਗਾਊਂ ਆ ਗਈ ਸੀ ਤੇ ਨੁਕਸਾਨ ਹੋ ਗਿਆ ਸੀ। ਜੀ। ਇਹ 2020 ਦਾ ਮਾਮਲਾ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗਦੇ ਨੇ ਕਿ ਉਹ ਤਾਂ ਲੰਬਾ ਸਮਾਂ ਪਹਾੜਾਂ ਤੇ ਚੜ੍ਹ ਕੇ ਸੀਸਵਾਂ ਫਾਰਮ ਦੇ ਵਿੱਚ ਕੁੰਭਕਰਨੀ ਨੀਂਦ ਸੁੱਤੇ ਰਹੇ। ਹੇਠਾਂ ਸਰਕਾਰ ਉਹਨਾਂ ਦੇ ਅਹਿਲਕਾਰ ਹੀ ਚਲਾਉਂਦੇ ਸੀ ਜਾਂ ਕੁਝ ਅਧਿਕਾਰੀ ਚਲਾਉਂਦੇ ਸੀ। 32 ਕਰੋੜ ਦਾ ਮੁਆਵਜ਼ਾ ਰਾਸ਼ੀ ਜਾਰੀ ਕਰਤਾ। ਨੁਕਸਾਨ ਹੋਇਆ ਸੀ, ਉਹ ਕਹਿੰਦੇ ਜਿਹੜਾ ਪਿਛਲੀਆਂ ਸਰਕਾਰਾਂ ਨੇ 2 ਸਾਲ 'ਚ ਨਹੀਂ ਕੀਤਾ, ਅਸੀਂ 6ਵੇਂ ਮਹੀਨੇ ਦੇ ਵਿੱਚ ਹੀ ਇਹ ਸਾਰਾ ਕੁਝ ਕਰ ਦਿੱਤਾ ਹੈ। ਇਸ ਲਈ ਜੋ ਕੁਝ ਅਸੀਂ ਕੀਤਾ ਹੈ ਉਹ ਜਿਹੜਾ ਹੈਗਾ ਉਹ ਬਿਲਕੁਲ ਸਮਾਂਬੱਧ ਰਹਿ ਕੇ ਕੀਤਾ, ਬਲਕਿ ਪਿਛਲੀ ਸਰਕਾਰ ਦਾ ਕੀਤਾ। ਇਸ ਲਈ ਜ਼ਿਲ੍ਹੇ ਦੇ 2 ਵਿਧਾਇਕਾਂ ਨੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਇੱਕ ਗੱਲ ਕੀਤੀ ਹੈ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਉਹ ਭਾਰਤ ਦੌਰੇ ਦੇ ਉੱਤੇ ਜਿਹੜੇ ਉਹ ਆਏ ਹੋਏ ਨੇ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ੇਖ ਹਸੀਨਾ ਜੀ। ਉਹ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਆਏ ਹੋਏ ਨੇ। ਹੈਦਰਾਬਾਦ ਹਾਊਸ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਾਲ ਗੱਲਬਾਤ ਹੋਈ ਹੈ। ਇਹਦੇ ਵਿੱਚ ਉਹਨਾਂ ਨੇ ਦੇਸ਼ ਦੇ ਦਵੱਲੇ ਸੰਬੰਧਾਂ ਦੇ ਉੱਤੇ ਵਿਚਾਰ ਦੇ ਵਿੱਚ ਚਰਚਾ ਕੀਤੀ ਹੈ ਦੋਹਾਂ ਆਗੂਆਂ ਨੇ। ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਬੰਗਲਾਦੇਸ਼ ਬਿਲਕੁਲ ਸਾਡੇ ਨਾਲ ਲੱਗਦਾ ਗੁਆਂਢੀ ਹੈ। ਗੁਆਂਢੀ ਮੁਲਕਾਂ ਦੇ ਨਾਲ ਜਿੰਨੇ ਸਾਡੇ ਸੰਬੰਧ ਸੁਖਾਵੇਂ ਹੋਣਗੇ, ਉਨੇ ਹੀ ਸਾਨੂੰ ਦੋਹਾਂ ਪਾਸਿਆਂ ਤੋਂ ਹੀ ਚੰਗੀ ਕੰਮ ਹੋਣਗੇ, ਵਿਕਾਸ ਵਾਲੇ ਪਾਸੇ ਰਾਹ ਤੁਰੇਗਾ, ਨਵੇਂ ਮੌਕੇ ਮਿਲਣਗੇ। ਅਸੀਂ ਅੱਜ ਦੀ ਇਸ ਜਿਹੜੀ ਦੋਹਾਂ ਪ੍ਰਧਾਨ ਮੰਤਰੀਆਂ ਦੇ ਵਿੱਚ ਬੈਠਕ ਹੋਈ ਆ, ਇਹਨੂੰ ਹਾਂ ਪੱਖੀ ਤੌਰ ਤੇ ਹੀ ਲੈਂਦੇ ਆ। ਜੀ। ਗੋਲਾ ਵਿਧਾਨ ਸਭਾ ਦੇ ਵਿਧਾਇਕ ਦਾ ਜਿਹੜਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਜਿਹੜਾ ਦੇਹਾਂਤ ਹੋ ਗਿਆ। ਇਹਨਾਂ ਦਾ ਨਾਮ ਅਰਵਿੰਦ ਪੁਰੀ ਹੈ। ਜੀ। ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਗੋਲਾ ਤੋਂ ਇਹ ਲਖਨਊ ਵਾਲੇ ਪਾਸੇ ਨੂੰ ਆ ਰਹੇ ਸਨ ਜੀ ਕਿ ਰਸਤੇ ਦੇ ਵਿੱਚ ਇਹਨਾਂ ਦੀ ਸਿਹਤ ਵਿਗੜੀ, ਜਿਹਦੇ ਕਰਕੇ ਇਹ ਮੌਤ ਹੋ ਗਈ। ਬਹੁਤ ਸਾਰੇ ਸੀਨੀਅਰ ਆਗੂਆਂ ਨੇ, ਵੱਖ-ਵੱਖ ਪਾਰਟੀਆਂ ਦੀਆਂ ਨੇ, ਉਹਨਾਂ ਸਾਰਿਆਂ ਨੇ ਇਸ ਅਰਵਿੰਦ ਪੁਰੀ ਜੀ ਦੇ ਦੇਹਾਂਤ ਦੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜੀ। ਇਸ ਦੇ ਨਾਲ ਇਹ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਨਸ਼ਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਜਿਸ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਜਿਹੜੇ ਯਤਨ ਕਰ ਰਹੀ ਹੈ। ਤੇ ਉੱਥੇ ਹੀ ਸੀਨੀਅਰ ਅਧਿਕਾਰੀ ਸੁਖਚੈਨ ਗਿੱਲ ਜੋ ਕਿ ਪੁਲਿਸ ਦੇ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਦੱਸਿਆ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਬਰਾਮਦ ਕੀਤਾ। IG ਹੈਡ ਜਿਹੜੇ ਸੁਖਚੈਨ ਸਿੰਘ ਗਿੱਲ ਇਸ ਵੇਲੇ IG ਹੈੱਡਕੁਆਟਰ ਨੇ ਜੀ। ਪਿਛਲੇ ਦਿਨਾਂ ਤੋਂ ਜਿਹੜੀ ਵੀ ਨਸ਼ਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪ੍ਰੈਸ ਨੂੰ, ਉਹਨਾਂ ਵੱਲੋਂ ਹੀ ਦਿੱਤੀ ਜਾਂਦੀ ਹੈ। ਉਹਨਾਂ ਨੇ ਲੰਘੇ ਹਫ਼ਤੇ ਦੀ ਗੱਲ ਕੀਤੀ ਹੈ ਕਿ ਇਸ ਹਫ਼ਤੇ ਦੇ ਵਿੱਚ ਅਸੀਂ ਲਗਭਗ 48 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਗੱਲਾਂ ਬਾਤਾਂ ਰੋਜ਼ ਆ ਰਹੀਆਂ ਨੇ, ਪਰ ਭੰਗੂ ਸਾਹਿਬ ਅਜੇ ਤੱਕ ਇਹ ਜਾਣਕਾਰੀ ਨਹੀਂ ਆ ਰਹੀ ਕਿਸੇ ਵੱਡੀ ਮੱਛੀ ਨੂੰ ਕਦੋਂ ਹੱਥ ਪਵੇਗਾ ਜੀ। ਕਿਹਾ ਬਹੁਤ ਜਾ ਰਿਹਾ ਕਿ ਆਹ ਫੜ ਲਿਆ, ਉਹ ਫੜ ਲਿਆ, ਉਹ ਫੜ ਲਿਆ। ਲੋਕ ਇਹ ਗੱਲ ਪੁੱਛਦੇ ਆ ਕਿ ਵੱਡੇ ਮੱਛੀ ਨੂੰ ਇਹ ਹੱਥ ਕਦੋਂ ਪਾਇਆ ਜਾਵੇਗਾ। ਇਸ ਕਰਕੇ ਸਵਾਲ ਵੀ ਉੱਠਦੇ ਆ। ਅਜੇ ਹੇਠਲੇ ਪੱਧਰ ਤੇ ਫੜੋ ਫੜਾਈ ਜਾਰੀ ਹੈ। ਇਹ ਠੀਕ ਹੈ ਕਿ ਸਰਕਾਰ ਨੇ ਨਸ਼ੇ ਦੇ ਵਿਰੁੱਧ ਮੁਹਿੰਮ ਜ਼ਰੂਰ ਤੇਜ਼ ਕੀਤੀ ਹੋਈ ਹੈ ਜੀ। ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਪੰਜਾਬ ਦੇ ਵਿੱਚ 103 ਜਿਹੜੇ ਨੋਡਲ ਨੇ ਉਹ ਖੋਲ੍ਹੇ ਗਏ ਨੇ। ਇਹ ਜਿਹੜੇ ਨੋਡਲ ਦਫ਼ਤਰ ਨੇ ਜੀ, ਇਹਨਾਂ ਦੀ ਗਿਣਤੀ 103 ਹੈ। ਨੋਡਲ ਦਾ ਪੂਰਾ ਨਾਂ ਹੈ ਨੋਡਲ ਸ਼ਿਕਾਇਤ ਕੇਂਦਰ ਜੀ। ਜਿਹੜਾ ਬਿਜਲੀ ਨਿਗਮ ਦਾ ਟੋਲ ਫ੍ਰੀ ਨੰਬਰ ਹੈ ਜੀ 1912, ਉਹ ਕਹਿੰਦੇ ਤੁਸੀਂ ਇਸੇ ਦੇ ਜ਼ਰੀਏ
ਇਹਦੇ ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਇਹਦੇ ਵਿੱਚ ਬਿਜਲੀ ਬੋਰਡ ਦੀਆਂ 500 ਸਬ ਡਿਵੀਜ਼ਨਾਂ ਨੇ ਜੀ ਤੇ 99 ਲੱਖ ਖਪਤਕਾਰ ਹੈ, ਜਿਹਦੇ ਕਰਕੇ ਉਹ ਉੱਥੇ ਸ਼ਿਕਾਇਤ ਦੇ ਸਕਦੇ ਆ। ਪਹਿਲਾਂ 19-12 ਦੇ ਉੱਤੇ ਵੀ ਕਾਫੀ ਸਵਾਲ ਉੱਠਦੇ ਸੀ। ਮੈਂ ਬਿਜਲੀ ਮੰਤਰੀ ETO ਹਰਭਜਨ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਕਈ ਵਾਰੀ ਸਾਡੇ ਕੋਲੇ ਲੋਕਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਕਿ 19-12 ਤੇ 2-2 ਦਿਨ ਠੀਕ ਨਹੀਂ ਹੁੰਦਾ। ਇਹਦੀ ਜ਼ਮੀਨੀ ਹਕੀਕਤ ਬਾਚੀ ਜਾਵੇ। ਜੇ ਉੱਥੇ ਕਿਤੇ ਕਮੀਆਂ ਨੇ, ਕਿਉਂਕਿ ਅਧਿਕਾਰੀ ਵੀ ਦੂਜੇ ਵੀ ਗਰਮੀ ਦੇ ਵਿੱਚ ਖਾਸ ਕਰ ਸਾਡੇ ਲੋਕਾਂ ਦੀ ਇਹ ਗੱਲ ਹੁੰਦੀ ਹੈ ਕਿ ਬਿਜਲੀ 5 ਮਿੰਟਾਂ 'ਚ ਅੱਖਾਂ ਦੇ ਫੋਰ ਨਾਲ ਠੀਕ ਹੋ ਜਾਵੇ, ਭਾਵੇਂ ਉਸ ਲਾਈਨ ਤੇ 100-150 ਖੰਭਾ ਹੀ ਕਿਉਂ ਨਾ ਡਿੱਗਿਆ ਵਾ ਹੋਵੇ। ਸੋ ਫਿਰ ਵੀ ਕਾਫੀ ਚੀਜ਼ਾਂ ਦੇ ਵਿੱਚ ਤਬਦੀਲੀਆਂ ਆਈਆਂ ਨੇ। ETO ਸਾਹਿਬ ਜ਼ਮੀਨੀ ਪੱਧਰ ਤੇ ਜਾ ਕੇ ਕਿਰਪਾ ਕਰਕੇ ਇਹਨਾਂ ਮਾਮਲਿਆਂ ਨੂੰ ਜ਼ਰੂਰ ਘੋਖਣ। ਜੀ ਇਸ ਦੇ ਨਾਲ ਇਹ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ, ਤਾਂ ਝੋਨੇ ਦੀ ਫਸਲ ਜਿਹੜੀ ਆਉਣੀ ਸ਼ੁਰੂ ਹੋਣ ਵਾਲੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਦੀ ਖਰੀਦ ਦੇ ਲਈ ਨਵੀਂ ਪਾਲਿਸੀ ਜਿਹੜੀ ਲਾਗੂ ਕੀਤੀ। ਭੰਗੂ ਸਾਹਿਬ 1 ਅਕਤੂਬਰ ਤੋਂ ਹਰ ਸਾਲ ਪੰਜਾਬ 'ਚ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਹੈ ਜੀ, ਲਗਾਤਾਰ ਉਸ ਤੋਂ ਬਾਅਦ ਉਹ ਹੁੰਦੀ ਹੈ। ਉਸ ਸੰਬੰਧ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਨੀਤੀ ਵੀ ਜਾਰੀ ਕੀਤੀ ਹੈ, ਕਿਸ ਤਰ੍ਹਾਂ ਇਹਦੀ ਛੜਾਈ ਹੋਣੀ ਆ। ਦੂਜਾ ਤੀਜਾ ਜਿਹੜੀ ਇਹਨਾਂ ਨੇ ਨਵੀਂ ਟਰਾਂਸਪੋਰਟ ਨੀਤੀ ਲਿਆਂਦੀ ਸੀ, ਉਹ ਤਾਂ ਕੁਝ ਧਿਰਾਂ ਅਦਾਲਤ ਵਿੱਚ ਚਲੀਆਂ ਗਈਆਂ, ਜਿਹੜੀਆਂ ਪਿਛਲੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੀ ਨੀਤੀ ਸੀ। ਹਾਲ ਦੀ ਘੜੀ ਇਹ ਸਟੇ ਕਰਤੀ ਹੈ ਇਹਨਾਂ ਦੀ, ਉਹਦੇ ਤੇ ਆਧਾਰ ਤੇ ਉੱਤੇ ਟਰਾਂਸਪੋਰਟ ਹੋਵੇਗੀ। ਇਹ ਜਿਹੜੀ ਦੂਸਰੀ ਹੈ ਕਿ ਮਿਲਿੰਗ ਕਿਸ ਤਰ੍ਹਾਂ ਹੋਣੀ ਹੈ, ਕਿਵੇਂ ਜਿਹੜਾ ਵੱਖ-ਵੱਖ ਏਜੰਸੀਆਂ ਸ਼ੈਲਰ ਮਾਲਕਾਂ ਨੂੰ ਝੋਨਾ ਸਪਲਾਈ ਕਰਨਗੀਆਂ ਤੇ ਫਿਰ ਕਿਹੜੇ ਤਰੀਕੇ ਦੇ ਨਾਲ ਉਹਨੂੰ ਵਾਪਸ ਲੈ ਕੇ ਲਵਾਈ ਕਰਨਗੀਆਂ। ਇਹਦੇ ਤਹਿਤ ਇਹਨਾਂ ਦੀ ਕੁਝ ਆੜ੍ਹਤੀਆਂ ਨਾਲ ਮੀਟਿੰਗਾਂ ਸੀ। ਆੜ੍ਹਤੀਆਂ ਨਾਲ ਮੀਟਿੰਗ ਤੋਂ ਬਾਅਦ ਹਾਲ ਦੀ ਘੜੀ ਉਹਨਾਂ ਨੇ ਪਤਾ ਲੱਗਿਆ ਕਿ 9 ਤਰੀਕ ਨੂੰ ਦੁਬਾਰਾ ਇਹਨਾਂ ਨਾਲ ਮੀਟਿੰਗ ਹੋਈ ਸੀ। ਉਹਨਾਂ ਨੇ ਆਪਣਾ ਸੰਘਰਸ਼ ਵੀ ਮੁਲਤਵੀ ਕਰਤਾ ਸੀ। ਦੂਜਾ ਜਿਹੜਾ ਨਰਮੇ ਤੇ 2.5% ਤੋਂ ਘਟਾ ਕੇ 8% ਕਰਤੀ ਸੀ, ਉਹਦੇ ਸੰਬੰਧ ਦੇ ਵਿੱਚ ਵੀ ਮੇਰੇ ਖਿਆਲ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਕਹਿਤਾ ਕਿ ਅਸੀਂ ਇੱਕ ਵਾਰੀ ਦੁਬਾਰਾ ਮੀਟਿੰਗ ਕਰਾਂਗੇ। ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਵੀ ਹੱਲ ਕਰ ਲਿਆ ਜਾਵੇਗਾ। ਜੀ ਜੇਕਰ ਗੱਲ ਕੀਤੀ ਹੈ ਸਰਹੱਦੀ ਖੇਤਰਾਂ ਦੀ, ਤਾਂ ਸਰਹੱਦੀ ਖੇਤਰਾਂ ਦੇ ਵਿੱਚ ਵੱਧ ਰਹੀਆਂ ਜਿਹੜੀਆਂ ਦੇਸ਼ ਵਿਰੋਧੀ ਤਾਕਤ ਨੇ, ਉਸ ਨੂੰ ਰੋਕਣ ਦੇ ਲਈ BSF ਦੀ ਮਦਦ ਦੇ ਨਾਲ ਇੱਕ ਮੁਹਿੰਮ ਚਲਾਈ ਹੈ, ਜਿਸ ਦੇ ਵਿੱਚ ਪੰਜਾਬ ਪੁਲਿਸ ਵੀ ਉਹਨਾਂ ਦਾ ਸਹਿਯੋਗ ਦੇ। ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ ਜੀ, ਇਹਨਾਂ ਦੋਨਾਂ ਦੀ ਇੱਕ ਸਾਂਝੀ ਮੀਟਿੰਗ ਹੋਈ ਹੈ। ਪੰਜਾਬ ਪੁਲਿਸ ਵੱਲੋਂ ADGP ਅਮਨ ਕਾਨੂੰਨ ਅਰਪਤ ਸ਼ੁਕਲਾ ਸਾਹਿਬ, IG ਫਿਰੋਜ਼ਪੁਰ ਜਸਕਰਨ ਸਿੰਘ, IG ਬਾਰਡਰ ਜ਼ੋਨ ਸਰਹੱਦੀ ਜ਼ੋਨ ਅੰਮ੍ਰਿਤਸਰ ਹੈੱਡਕੁਆਟਰ ਉਹਨਾਂ ਦਾ ਮਨੀਸ਼ ਚਾਵਲਾ, ਤੇ ਫਰੀਦਕੋਟ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਵਗੈਰਾ ਜਿਹੜੇ ਇਹ 7 ਜ਼ਿਲ੍ਹੇ ਨੇ, ਇਹਨਾਂ ਦੇ ਜ਼ਿਲ੍ਹਾ ਪੁਲਿਸ ਮੁਖੀ ਤੇ BSF ਵੱਲੋਂ ਉਹਨਾਂ ਦੇ IG ਆਸਫ ਜਲਾਲ, DIG ਸੰਜੇ ਗੌੜ, ਇਹ ਸਾਰੇ ਮਿਲ ਕੇ ਇਹਨਾਂ ਨੇ ਬੈਠਕ ਕੀਤੀ ਹੈ। ਬੈਠਕ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਡਰੋਨ ਆਉਂਦੇ ਨੇ, ਹੋਰ ਆਉਂਦੇ ਨੇ, ਇਹਨਾਂ ਸਾਰਿਆਂ 'ਤੇ ਕਰੜੀ ਨਿਗਰਾਨੀ ਰੱਖੀ ਜਾਵੇਗੀ ਤੇ ਹੋਰ ਵਧੀਆ ਤਰੀਕੇ ਦੇ ਨਾਲ ਅਸੀਂ ਸਰਹੱਦਾਂ ਦੀ ਰਾਖੀ ਕਰਾਂਗੇ। ਤੇ ਮੇਰਾ ਖਿਆਲ ਜੇ ਇਹ ਮਿਲ ਕੇ ਕੰਮ ਕਰਨਗੇ, ਜਿਹੜਾ ਰੌਲਾ ਪੈਂਦਾ ਕਿ ਇਹਨੂੰ 50 ਕਿਲੋਮੀਟਰ ਕਰਤਾ 100 ਕਰਤਾ, ਜੇ ਦੇਖਿਆ ਜਾਵੇ ਤਾਂ ਸਾਰੇ ਹੀ ਇਹਨਾਂ ਦਾ ਹੈਗਾ। ਸਾਂਝੀ ਤਾਲਮੇਲ ਜਿੰਨੀ ਮਿਲਾ ਕੇ ਚੱਲੋਗੇ ਉਹਨਾਂ ਨਤੀਜੇ ਵਧੀਆ ਨਿਕਲਣਗੇ। ਜੀ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਮੁਕਤਸਰ ਸਾਹਿਬ ਦੀ, ਤਾਂ ਉੱਥੇ ASI ਦਾ ਜਿਹੜਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਭੰਗੂ ਸਾਹਿਬ ਕਤਲ ਨਹੀਂ ਹੋਇਆ ਜੀ, ਇਹ ਬਖਸ਼ੀਖਾਨੇ ਦੇ ਵਿੱਚ ਗੋਲੀਆਂ ਚੱਲੀਆਂ ਨੇ, ਜਿੱਥੇ ਆਪਾਂ ਹਵਾਲਾਤੀਆਂ ਨੂੰ ਲੈ ਕੇ ਅਦਾਲਤ ਦੇ ਵਿੱਚ ਇੱਕ ਹਵਾਲਾਤ ਵਰਗਾ ਹੀ ਬਣਿਆ ਹੁੰਦਾ ਜੀ, ਉਹਨੂੰ ਬਖਸ਼ੀਖਾਨਾ ਕਹਿੰਦੇ ਨੇ ਜੀ। ਉਹ ਬਖਸ਼ੀਖਾਨੇ ਦੇ ਵਿੱਚ ਇਹਦੇ ਕੋਲ ਕਾਰਬਨ ਸੀ, ਇਹਦਾ ਨਾਮ ਸੀਗਾ ASI ਕੁਲਵਿੰਦਰ ਸਿੰਘ ਜੀ। ਇਹ ਹਵਾਲਾਤੀਆਂ ਨੂੰ ਪੇਸ਼ੀਆਂ ਵਾਸਤੇ ਲੈ ਕੇ ਆਇਆ ਸੀ ਹੋਰ ਟੀਮ ਦੇ ਨਾਲ। ਇਹਦਾ ਕਾਰਵਾਈਨ ਕਰਦੇ ਕਰਦੇ ਕਾਰਵਾਈਨ ਦੇ ਵਿੱਚੋਂ ਗੋਲੀ ਚੱਲ ਗਈ। ਕਿਵੇਂ ਚੱਲੀ, ਇਹ ਕਿਸੇ ਨੇ ਚਲਾਈ ਆ, ਕੋਈ ਸ਼ਰਾਰਤ ਹੈ ਜਾਂ ਆਪਣੇ ਆਪ ਚੱਲ ਗਈ, ਲੌਕ ਕਿਉਂ ਨਹੀਂ ਕੀਤੀ ਸੀ, ਇਹ ਸਾਰੀ ਜਾਂਚ ਦਾ ਵਿਸ਼ਾ ਹੈ। ਤਾਂ ਉੱਥੋਂ ਦੇ ਜਿਹੜੇ SP ਨੇ ਕੁਲਵੰਤ ਰਾਏ, DSP ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਜਿਹੜਾ ਉੱਥੋਂ ਦਾ ਜ਼ਿਲ੍ਹਾ ਪੁਲਿਸ ਮੁਖੀ ਆ, ਉਹਨੇ ਡਿਊਟੀ ਲਾਈ ਹੈ। ਉਹ ਇਹਦੀ ਸਾਰੀ ਤਹਿਕੀਕਾਤ ਕਰਨਗੇ ਕਿ ਇਹ ਕਿਵੇਂ ਵਾਪਰਿਆ, ਤੇ ਫਿਰ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਨਿਕਲ ਕੇ ਕੀ ਆਉਂਦਾ ਹੈ, ਮਨੁੱਖੀ ਅਣਗਹਿਲੀ ਹੈ, ਗਲਤੀ ਹੈ ਜਾਂ ਅਚਾਨਕ ਚੱਲੀ ਹੈ। ਜੀ ਇਸ ਦੇ ਨਾਲ ਜੇਕਰ ਗੱਲ ਕੀਤੀ ਹੈ ਗੁਜਰਾਤ ਤੇ, ਗੁਜਰਾਤ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ, ਜਿੱਥੇ ਉਹਨਾਂ ਨੇ ਜਿਹੜੀ ਵਾਅਦਿਆਂ ਦੀ ਲੋਕਾਂ ਦੇ ਨਾਲ ਉਹ ਝੜੀ ਲਗਾ ਦਿੱਤੀ ਹੈ। ਠੀਕ ਕਿਹਾ ਤੁਸੀਂ ਜੀ।
ਕਿ ਰਾਹੁਲ ਗਾਂਧੀ ਸਾਹਿਬ ਗੁਜਰਾਤ ਦੇ ਵਿੱਚ ਗਏ ਨੇ, ਜਿੱਥੇ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਸਾਹਿਬ ਵੀ ਤੁਰੇ ਫਿਰਦੇ ਆ। ਉਹ ਕਈ ਇਹ ਤਾਂ ਹੁਣ ਗਏ ਨੇ, ਤਾਂ ਕਦੋਂ ਦੇ ਗਏ ਆ। ਜਿਹੜੀ ਪਰਸੋਂ ਇਹਨਾਂ ਨੇ ਰੈਲੀ ਕੀਤੀ ਹੈ, ਹੱਲਾ ਬੋਲ ਰੈਲੀ 5 ਤਰੀਕ ਨੂੰ, ਉਹਦਾ ਕਾਫੀ ਪ੍ਰਭਾਵ ਪਿਆ, ਕਾਫੀ ਇਕੱਠ-ਬੱਠ ਹੋਇਆ। ਅੱਗੇ ਨਤੀਜਾ ਕੀ ਨਿਕਲਦਾ ਪਤਾ ਨਹੀਂ, ਪਰ ਕਾਂਗਰਸੀਆਂ ਦੇ ਵਿੱਚ ਇੱਕਦਮ ਜਿਹੜੀ ਕਾਫੀ ਸਰਗਰਮੀ ਵਧੀ ਹੈ, ਕਿਉਂਕਿ ਕੱਲ੍ਹ ਨੂੰ ਰਾਹੁਲ ਗਾਂਧੀ ਸਾਹਿਬ ਨੇ ਦਿੱਲੀ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਇੱਕ ਭਾਰਤ ਜੋੜੋ ਯਾਤਰਾ ਵੀ ਸ਼ੁਰੂ ਕਰਨੀ ਹੈ। ਰਾਹੁਲ ਗਾਂਧੀ ਸਾਹਿਬ ਨੇ ਉੱਥੇ ਕਿਹਾ ਕਿ 3 ਲੱਖ ਦਾ ਕਰਜ਼ਾ ਕਿਸਾਨਾਂ ਦਾ ਮਾਫ ਕਰਾਂਗੇ, ਜਿਹੜਾ ਸਿਲੰਡਰ ਹੈ ਗੈਸ ਦਾ ਇਹਨੂੰ 500 ਰੁਪਏ 'ਚ ਦੁਬਾਰਾ ਕਰਾਂਗੇ, ਮੁਫਤ ਬਿਜਲੀ 300 ਯੂਨਿਟ। ਇਲਾਹਾਬਾਦ ਦੇ ਸਾਬਰਮਤੀ ਰਿਵਰ ਫਰੰਟ ਤੇ ਪਰਿਵਰਤਨ ਦੇ ਵਿੱਚ ਉਹ ਗੱਲ ਕਰ ਰਹੇ ਸੀ। 10 ਲੱਖ ਨੌਕਰੀਆਂ ਦੇਵਾਂਗੇ। ਠੀਕ ਹੈ ਜੀ, ਇਹ ਸਾਰਾ ਕੁਛ ਜਿਵੇਂ ਪੰਜਾਬ, ਛੱਤੀਸਗੜ੍ਹ, ਕਰਨਾਟਕ, MP 'ਚ ਮਾਫ ਕੀਤੇ ਗਏ ਨੇ ਕਰਜ਼ੇ ਕਿਸਾਨਾਂ ਦੇ, ਉਸੇ ਆਧਾਰ ਦੇ ਉੱਤੇ ਗੁਜਰਾਤ ਦੇ ਕਿਸਾਨਾਂ ਦੇ ਕਰਜ਼ੇ ਵੀ ਮਾਫ ਕੀਤੇ ਜਾਣਗੇ। ਉਹਨਾਂ ਨੂੰ ਕਾਫੀ ਚੰਗਾ ਹੁਲਾਰਾ ਮਿਲਿਆ। ਅਤੇ ਕੱਲ੍ਹ ਤੋਂ ਰਾਹੁਲ ਗਾਂਧੀ ਸਾਹਿਬ ਨੇ ਭਾਰਤ ਜੋੜੋ ਤਹਿਤ ਜਿਹੜਾ ਕੰਨਿਆ ਕੁਮਾਰੀ ਆ ਉੱਥੋਂ ਆਪਣੀ ਯਾਤਰਾ ਸ਼ੁਰੂ ਕਰਨੀ ਹੈ। ਜੀ ਧੰਨਵਾਦ। ਇਹ ਸਨ ਟੀ5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੇ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ ਹੈ। ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।